ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਪਰਮ ਸਨਮਾਨਿਓ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭਾਰਤ ਦੇ ਵਿੱਚ ਜੋ ਭਗਤੀ ਦੀ ਲਹਿਰ ਚੱਲੀ ਸੀ, ਉਸ ਵਿੱਚ ਭਗਤ ਰਵਿਦਾਸ ਜੀ ਦਾ ਵੀ ਬੜਾ ਉੱਚਾ ਸਥਾਨ ਹੈ। ਮਹਾਨ ਮਹਾਂਪੁਰਖਾਂ ਤੇ ਇਉਂ ਕਹੀਏ ਕਿ ਭਗਤਾਂ ਵਿੱਚ ਵੱਡੇ ਭਗਤ ਮੰਨੇ ਗਏ ਹਨ। ਐਸੇ ਭਗਤ ਜਿਨ੍ਹਾਂ ਦੀ ਬਾਣੀ ਪੜ੍ਹ ਕੇ ਅਜੇ ਵੀ ਅਨੇਕਾਂ ਜੀਵ ਕਲਿਆਣ ਦੇ ਮਾਰਗ 'ਤੇ ਚੱਲਦੇ ਹਨ। ਐਸੇ ਭਗਤਾਂ ਤੇ ਅਵਤਾਰਾਂ ਦੀਆਂ ਜੀਵਨ ਸਾਖੀਆਂ ਸੁਣਦੇ ਰਹੀਏ ਤਾਂ ਜੀਵਨ ਵਿੱਚ ਬਹੁਤ ਸਾਰੀਆਂ ਚੰਗੀਆਂ ਤਬਦੀਲੀਆਂ ਆ ਜਾਂਦੀਆਂ ਹਨ। ਵੱਡੇ ਭਗਤ ਰਵਿਦਾਸ ਜੀ ਦਾ ਜਨਮ ਗੰਗਾ ਕਿਨਾਰੇ ਦੇ ਮਹਾਨ ਪੂਜਨਿਕ ਸ਼ਹਿਰ ਕਾਂਸ਼ੀ ਵਿੱਚ ਹੋਇਆ ਸੀ। ਭਗਤ ਰਵਿਦਾਸ ਜੀ ਦੇ ਪਿਤਾ ਰਘੂ ਚਮੜੇ ਦਾ ਕੰਮ ਕਰਦੇ ਸਨ ਤੇ ਦੁਨੀਆ ਦੀ ਕਾਇਮ ਕੀਤੀ ਜਾਤ ਚਮਾਰ ਵਿੱਚੋਂ ਸਨ। ਭਗਤ ਜੀ ਦੀ ਮਾਤਾ ਜੀ ਦਾ ਨਾਮ ਧੁਰਬੀਨੀਆ ਸੀ। ਉਹ ਇੱਕ ਮਿਹਨਤੀ ਨੇਕ ਮਾਂ ਸੀ ਜੋ ਪ੍ਰਭੂ ਪਰਮਾਤਮਾ 'ਤੇ ਭਰੋਸਾ ਰੱਖਦੀ ਸੀ। ਦੋਹਾਂ ਜੀਆਂ ਦਾ ਜੀਵਨ ਸਾਂਝ ਭਰਿਆ ਹੋਣ ਕਰਕੇ ਉਹਨਾਂ ਕੋਲ ਚੰਗੇ ਪੈਸੇ ਸਨ। ਕਾਂਸ਼ੀ ਦੇ ਵਿੱਚ ਸਵਾਮੀ ਰਾਮਾਨੰਦ ਜੀ ਦਾ ਬੜਾ ਮਾਣ ਸਤਿਕਾਰ ਸੀ। ਸਵਾਮੀ ਰਾਮਾਨੰਦ ਜੀ ਗਰੀਬਾਂ ਦੇ ਗੁਰੂ ਮੰਨੇ ਜਾਂਦੇ ਹਨ। ਸਵਾਮੀ ਰਾਮਾਨੰਦ ਜੀ ਗਰੀਬਾਂ ਦੇ ਮੁਹੱਲਿਆਂ ਵੱਲ ਚੱਲ ਪੈਂਦੇ ਤੇ ਲੋਕਾਂ ਦੇ ਦੁੱਖ ਸੁੱਖ ਪੁੱਛਦੇ ਹੋਏ ਰਾਮ ਨਾਮ ਦੇ ਸਿਮਰਨ ਵੱਲ ਜੀਵਾਂ ਨੂੰ ਲਾਉਂਦੇ। ਭਗਤ ਰਵਿਦਾਸ ਜੀ ਨੂੰ ਪ੍ਰਗਟ ਹੋਇਆਂ ਅਜੇ ਮਸਾਂ 5 ਦਿਨ ਹੋਏ ਸਨ ਤੇ ਉਹ ਦੁੱਧ ਨਹੀਂ ਸੀ ਪੀਂਦੇ ਤੇ ਰੋਈ ਜਾਂਦੇ ਸੀ। ਉਹਨਾਂ ਦਾ ਰੋਣਾ ਮਾਂ ਦੇ ਕਲੇਜੇ ਨੂੰ ਦੁਖੀ ਕਰਦਾ ਸੀ। ਉਸਨੇ ਆਪਣੇ ਪਤੀ ਰਘੂ ਨੂੰ ਆਖਿਆ, ਜੀ ਕਿਸੇ ਕੋਲ ਪੁੱਛੋ, ਬਾਲਕ ਦੁੱਧ ਨਹੀਂ ਪੀਂਦਾ ਤੇ ਰੋਈ ਜਾਂਦਾ ਹੈ, ਜਿਵੇਂ ਕਿ ਇਸ ਦੁਨੀਆ ਵਿੱਚ ਆਉਣਾ ਚੰਗਾ ਨਹੀਂ ਲੱਗਾ। ਹੋ ਸਕਦਾ ਹੈ ਇਸ ਕਰਕੇ ਰੋਂਦਾ ਹੋਵੇ ਕਿ ਭਗਵਾਨ ਨੇ ਉਸ ਨੂੰ ਅਸਾਂ ਗਰੀਬਾਂ ਦੇ ਘਰ ਕਿਉਂ ਭੇਜ ਦਿੱਤਾ। ਅਸੀਂ ਨੀਵੀਂ ਜਾਤ ਦੇ ਚਮਾਰ ਚਮੜੇ ਨਾਲ ਰਾਤ ਦਿਨ ਘੁਲਦੇ ਹਾਂ। ਰਵਿਦਾਸ ਜੀ ਦੇ ਮਾਤਾ ਜੀ ਨੇ ਕਿਹਾ, ਐਸੀਆਂ ਗੱਲਾਂ ਨਾ ਕਰੋ, ਕਿਰਤ ਦੀ ਗੱਲ ਹੈ, ਅਸੀਂ ਕਿਸ ਨਾਲੋਂ ਮਾੜੇ ਹਾਂ। ਤੁਸੀਂ ਜਾਓ ਤੇ ਕਿਸੇ ਨੂੰ ਪੁੱਛੋ। ਆਪਣੀ ਧਰਮ ਪਤਨੀ ਦਾ ਆਖਾ ਮੰਨ ਕੇ ਰਘੂ ਘਰੋਂ ਬਾਹਰ ਨਿਕਲ ਕੇ ਅਜੇ ਥੋੜ੍ਹੀ ਵਾਟ ਹੀ ਗਿਆ ਸੀ ਕਿ ਅੱਗੇ ਸਵਾਮੀ ਰਾਮਾਨੰਦ ਜੀ ਆਉਂਦੇ ਨਜ਼ਰ ਪਏ। ਰਿਵਾਜ਼ ਅਨੁਸਾਰ ਉਸਨੇ ਧਰਤੀ 'ਤੇ ਮੱਥਾ ਟੇਕ ਕੇ ਰਾਮਾਨੰਦ ਜੀ ਦਾ ਸਵਾਗਤ ਕੀਤਾ। ਰਾਮਾਨੰਦ ਜੀ ਨੇ ਕਿਹਾ, ਭਗਤਾ ਕੀ ਗੱਲ ਹੈ? ਭਗਤ ਰਵਿਦਾਸ ਜੀ ਦੇ ਪਿਤਾ ਜੀ ਨੇ ਕਿਹਾ, ਆਪ ਜੀ ਦੀ ਕਿਰਪਾ ਹੈ, ਰਾਜ਼ੀ ਰਹੀਦਾ ਹੈ। ਮੇਰੀ ਆਪ ਅੱਗੇ ਇੱਕ ਬੇਨਤੀ ਹੈ। ਸਵਾਮੀ ਰਾਮਾਨੰਦ ਜੀ ਨੇ ਕਿਹਾ, ਕੀ ਬੇਨਤੀ ਹੈ? ਭਗਤ ਰਵਿਦਾਸ ਜੀ ਦੇ ਪਿਤਾ ਜੀ ਨੇ ਕਿਹਾ, ਮੇਰੇ ਘਰ ਬਾਲਕ ਹੋਇਆ ਹੈ, ਉਸ ਦਾ ਨਾਮ ਰਵਿਦਾਸ ਰੱਖਿਆ ਹੈ। ਉਹ ਜਨਮ ਤੋਂ ਦੁੱਧ ਨਹੀਂ ਪੀਂਦਾ, ਬਸ ਰੋਈ ਜਾ ਰਿਹਾ ਹੈ। ਰਾਤ ਦੇ ਸਮੇਂ ਜਦੋਂ ਉਸਨੇ ਜਨਮ ਲਿਆ, ਔਰਤਾਂ ਨੇ ਦੱਸਿਆ ਹੈ ਚਾਨਣ ਹੋ ਗਿਆ ਸੀ। ਬਾਲਕ ਬੜਾ ਸੁੰਦਰ ਹੈ, ਪਰ ਇਹੋ ਦੁੱਖ ਹੈ ਉਹ ਦੁੱਧ ਨਹੀਂ ਪੀਂਦਾ। ਕੁਝ ਦਇਆ ਕਰੋ, ਆਪ ਤਾਂ ਦਇਆਵਾਨ ਰਾਮ ਦੇ ਪਿਆਰੇ ਹੋ, ਮੇਰੇ ਬੱਚੇ ਨੂੰ ਦੇਖੋ। ਸਵਾਮੀ ਰਾਮਾਨੰਦ ਜੀ ਰਘੂ ਦੇ ਪਿੱਛੇ ਪਿੱਛੇ ਚੱਲ ਪਏ। ਰਘੂ ਘਰ ਆਇਆ। ਰਘੂ ਖੁਸ਼ ਸੀ ਕਿ ਭਗਵਾਨ ਆਪ ਉਹਨਾਂ ਦੇ ਗ੍ਰਹਿ ਵਿਖੇ ਆਏ ਹਨ। ਉਸ ਦੇ ਧਨ ਭਾਗ ਹਨ। ਸਵਾਮੀ ਜੀ ਵਿਹੜੇ ਵਿੱਚ ਜਾ ਖਲੋਤੇ ਤਾਂ ਰਘੂ ਅੰਦਰ ਗਿਆ ਤੇ ਅੰਦਰੋਂ ਬਾਲਕ ਨੂੰ ਚੁੱਕ ਕੇ ਬਾਹਰ ਲਿਆਇਆ। ਸਵਾਮੀ ਰਾਮਾਨੰਦ ਜੀ ਨੇ ਬਾਲਕ ਨੂੰ ਦੇਖਿਆ। ਉਹਦੇ ਚਿਹਰੇ ਨੂੰ ਦੇਖ ਕੇ ਉਸ ਦੇ ਸਿਰ 'ਤੇ ਹੱਥ ਰੱਖ ਕੇ ਆਪ ਮੁਹਾਰੇ ਬਚਨ ਕਰਨ ਲੱਗੇ, ਹੇ ਬਾਲਕ, ਰੋਣਾ ਠੀਕ ਨਹੀਂ। ਪੂਰਬਲੇ ਜਨਮ ਦਾ ਫਲ ਹੈ, ਉਹ ਪ੍ਰਾਪਤ ਹੋ ਗਿਆ। ਅੱਗੇ ਨੂੰ ਸੰਭਲ ਕੇ ਚੱਲਣਾ। ਜੇ ਅੱਗੇ ਸੰਭਲ ਕੇ ਚੱਲੋਗੇ ਤਾਂ ਮਨ ਦੀਆਂ ਮੁਰਾਦਾਂ ਪੂਰੀਆਂ ਹੋ ਜਾਣਗੀਆਂ। ਇਉਂ ਬਚਨ ਕਰਕੇ ਉਹਨਾਂ ਨੇ ਰਾਮ ਰਾਮ ਆਖਿਆ ਤਾਂ ਬੱਚਾ ਰੋਣੋਂ ਹਟ ਗਿਆ, ਮੁਸਕਰਾਇਆ। ਰਾਮਾਨੰਦ ਜੀ ਨੇ ਉਸ ਦੇ ਸਿਰ ਤੋਂ ਹੱਥ ਚੁੱਕ ਲਿਆ ਤੇ ਰਘੂ ਨੇ ਆਖਿਆ, ਭਗਤਾ, ਇਸ ਨੂੰ ਲੈ ਜਾ ਤੇ ਇਸ ਦੀ ਮਾਤਾ ਨੂੰ ਆਖ ਕਿ ਦੁੱਧ ਪਿਲਾਏ, ਪੀ ਲਵੇਗਾ। ਇਉਂ ਬਚਨ ਕਰਕੇ ਰਾਮਾਨੰਦ ਜੀ ਚਲੇ ਗਏ। ਉਹਨਾਂ ਦੇ ਆਪਣੇ ਮਨ ਦੀ ਭਟਕਣਾ ਵੀ ਮਿਟ ਗਈ। ਰਘੂ ਬਾਲਕ ਰਵਿਦਾਸ ਜੀ ਨੂੰ ਅੰਦਰ ਲੈ ਗਿਆ। ਧੁਰਬੀਨੀਆ ਨੂੰ ਦਿੱਤਾ ਤਾਂ ਰਵਿਦਾਸ ਜੀ ਨੇ ਦੁੱਧ ਚੁੰਘ ਲਿਆ। ਉਸ ਦਿਨ ਤੋਂ ਬਾਅਦ ਰਵਿਦਾਸ ਜੀ ਮੁੜ ਕਦੀ ਨਾ ਰੋਏ, ਹੱਸਦੇ ਰਹੇ
ਤੇ ਜੋ ਵੀ ਆਪ ਦੇ ਦਰਸ਼ਨ ਕਰਦਾ ਉਸ ਦੇ ਦੁੱਖ ਦੂਰ ਹੁੰਦੇ। ਸਵਾਮੀ ਰਾਮਾਨੰਦ ਜੀ ਰਘੂ ਦੇ ਮਹੱਲੇ ਵਿੱਚੋਂ ਨਿਕਲੇ ਹੀ ਸਨ ਕਿ ਸਵਾਮੀ ਜੀ ਦਾ ਚੇਲਾ ਜੋ ਰਵਿਦਾਸ ਜੀ ਨੂੰ ਦੇਖਣ ਵੇਲੇ ਕੋਲ ਖਲੋਤਾ ਸੀ, ਉਹ ਬੋਲਿਆ, ਹੇ ਗੁਰਦੇਵ, ਇਹ ਕੀ ਕੌਤਕ ਹੈ? ਸਵਾਮੀ ਰਾਮਾਨੰਦ ਜੀ ਨੇ ਕਿਹਾ, ਕੈਸਾ ਕੌਤਕ? ਚੇਲੇ ਨੇ ਕਿਹਾ, ਇੱਕ ਤਾਂ ਆਪ ਸਵੇਰੇ ਸਵੇਰੇ ਨੀਚ ਜਾਤੀਆਂ ਦੇ ਮਹੱਲੇ ਆਏ, ਦੂਸਰਾ ਬਾਲਕ ਨੂੰ ਦੇਖ ਕੇ ਆਪ ਨੇ ਬਚਨ ਕੀਤਾ, ਪੂਰਬਲੇ ਜਨਮ ਦਾ ਫਲ ਹੈ। ਇਸ ਦਾ ਕੀ ਭਾਵ ਹੈ? ਕੁਝ ਸਮਝ ਨਹੀਂ ਲੱਗਿਆ। ਰਾਮ ਜੀ ਦਾ ਕੀ ਹੁਕਮ ਹੈ? ਰਾਮਾਨੰਦ ਜੀ ਗੁਸਾਈ ਦਾ ਇਹ ਨੇਮ ਸੀ ਕਿ ਉਹ ਆਪਣੇ ਚੇਲਿਆਂ ਨੂੰ ਭੁਲੇਖੇ ਵਿੱਚ ਨਹੀਂ ਸਨ ਰੱਖਦੇ, ਉਹਨਾਂ ਦੇ ਹਰ ਸ਼ੰਕੇ ਨੂੰ ਨਿਵਰਤ ਕਰਦੇ ਸਨ। ਉਹ ਆਪ ਤ੍ਰੈਕਾਲਦਰਸ਼ੀ ਸਨ। ਤ੍ਰੈਕਾਲਦਰਸ਼ੀ ਹੋਣ ਕਰਕੇ ਉਹਨਾਂ ਨੂੰ ਸਾਰਾ ਗਿਆਨ ਸੀ। ਉਹਨਾਂ ਨੇ ਆਪਣੇ ਚੇਲੇ ਨੂੰ ਉੱਤਰ ਦਿੱਤਾ, ਹੇ ਬੇਟਾ, ਇਹ ਜੋ ਬਾਲਕ ਤੱਕਿਆ ਹੈ, ਇਹ ਇੱਕ ਮਹਾਤਮਾ ਤੇ ਭਗਤ ਹੋਏਗਾ। ਪੂਰਬਲੇ ਜਨਮ ਵਿੱਚ ਇਸ ਨੇ ਇੱਕ ਭੁੱਲ ਕੀਤੀ ਸੀ, ਜਿਸ ਕਰਕੇ ਇਸ ਨੂੰ ਚਮਾਰਾਂ ਦੇ ਘਰ ਜਨਮ ਲੈਣਾ ਪਿਆ। ਜੀਵ ਨੂੰ ਕਰਮ ਦਾ ਫਲ ਜ਼ਰੂਰ ਮਿਲਦਾ ਹੈ। ਚੇਲੇ ਨੇ ਕਿਹਾ, ਮਹਾਰਾਜ ਜੀ, ਇਸ ਨੇ ਕੈਸੀ ਭੁੱਲ ਕੀਤੀ ਸੀ? ਭਗਤ ਰਾਮਾਨੰਦ ਜੀ ਨੇ ਕਿਹਾ, ਇਹ ਇੱਕ ਬ੍ਰਹਮਚਾਰੀ ਤੇ ਮੇਰਾ ਚੇਲਾ ਸੀ। ਇਹ ਰਘੂ ਚਮਾਰ ਦੇ ਘਰ ਜਨਮਿਆ ਤੇ ਸਾਲ ਹੋਇਆ ਮਰ ਗਿਆ ਸੀ। ਇਸ ਦੀ ਕਲਿਆਣ ਹੋਣੀ ਸੀ, ਪਰ ਇਸ ਦੀ ਇੱਕ ਇੱਛਾ ਤੇ ਦੂਸਰੀ ਭੁੱਲ ਰਹੀ। ਇਸ ਨੂੰ ਮੁੜ ਜਨਮ ਧਾਰਨ ਕਰਨਾ ਪਿਆ। ਚੇਲੇ ਨੇ ਕਿਹਾ, ਐਸਾ ਹੀ ਤਾਂ ਮੈਂ ਪੁੱਛ ਰਿਹਾ ਹਾਂ ਕਿ ਕਿਉਂ ਜਨਮ ਧਾਰਨ ਕਰਨਾ ਪਿਆ? ਆਖਿਰ ਉਹ ਕੈਸੀ ਭੁੱਲ ਸੀ? ਰਾਮਾਨੰਦ ਜੀ ਨੇ ਕਿਹਾ, ਇਹ ਬ੍ਰਹਮਚਾਰੀ ਭਿੱਖਿਆ ਲੈਣ ਜਾਂਦਾ ਸੀ ਤੇ ਹਰ ਨਾਰਾਇਣ ਆਖਦਾ ਸੀ। ਚੁਟਕੀ ਚੁਟਕੀ ਆਟਾ ਲਿਆਉਂਦਾ ਤੇ ਲੰਗਰ ਵਿੱਚ ਪੱਕਦਾ ਸੀ। ਜੋ ਸਾਧੂ ਆਉਂਦਾ ਉਹ ਭੋਜਨ ਕਰਦਾ। ਅਸਾਂ ਦੇ ਡੇਰੇ ਕੋਲ ਛੋਟੂ ਮੱਲ ਕੋਟੂ ਮੱਲ ਬਾਣੀਆਂ ਦਾ ਘਰ ਸੀ। ਉਹ ਸਾਰੇ ਦੇ ਸਾਰੇ ਬੜੇ ਨੀਚ ਸਨ। ਉਹਨਾਂ ਦਾ ਧੰਦਾ ਠੀਕ ਨਹੀਂ ਸੀ। ਉਹ ਹਰ ਤਰ੍ਹਾਂ ਗਰੀਬਾਂ ਨੂੰ ਲੁੱਟਦੇ ਸਨ। ਉਸ ਦਾ ਗੰਦਾ ਵਿਵਹਾਰ ਦੇਖ ਕੇ ਲੋਕ ਕੰਨਾਂ 'ਤੇ ਹੱਥ ਰੱਖਦੇ ਸਨ। ਉਹ ਘੱਟ ਤੋਲਦੇ, ਧੋਖਾ ਕਰਦੇ, ਫਰੇਬ ਨਾਲ ਮਾਲ ਥੋੜ੍ਹਾ ਦਿੰਦੇ ਤੇ ਰਕਮ ਬਹੁਤੀ ਲੈਂਦੇ ਸਨ। ਰਾਮ ਦੀ ਸਹੁੰ, ਪਰਮਾਤਮਾ ਦੀ ਸੁਗੰਧ ਆਖ ਕੇ ਭੋਲੇ ਪੁਰਸ਼ਾਂ ਦੇ ਕੱਪੜੇ ਲਾਹੀ ਤੁਰੇ ਜਾਂਦੇ ਸਨ। ਪਾਪਾਂ ਨਾਲ ਮਾਇਆ ਬਹੁਤ ਇਕੱਠੀ ਕੀਤੀ। ਜੇ ਕਦੀ ਪੁੰਨਦਾਨ ਵੀ ਕਰਦੇ ਤਾਂ ਨਫੇ ਖਾਤਰ ਕਰਦੇ। ਮਾਇਆ ਨਾਗਨੀ ਦੇ ਪੁਜਾਰੀ ਸਨ। ਝੂਠ ਦੇ ਪ੍ਰਭਾਵ ਕਾਰਨ ਇਹਨਾਂ ਦੀ ਬੁੱਧੀ ਮਲੀਨ ਹੋ ਚੁੱਕੀ ਸੀ। ਘਰ ਦੀਆਂ ਇਸਤਰੀਆਂ ਸਤਵੰਤੀਆਂ ਨਹੀਂ ਰਹੀਆਂ, ਪਰ ਉਹ ਪੁਰਸ਼ਾਂ ਨਾਲ ਮੇਲ ਕਰਦੀਆਂ ਹਨ। ਐਸੇ ਮਹਾਪਾਪੀ ਪੁਰਸ਼ਾਂ ਦੇ ਘਰ ਦਾ ਆਇਆ ਸਿੱਧਾ ਖਾ ਕੇ ਸੰਤਾਂ ਦੀ ਬੁੱਧੀ ਭ੍ਰਿਸ਼ਟ ਹੋ ਜਾਂਦੀ ਹੈ ਤੇ ਮਨ ਅਸ਼ਾਂਤ ਹੋ ਜਾਂਦਾ ਹੈ। ਪਰਮਾਤਮਾ ਦੇ ਚਰਨ ਕਮਲਾਂ ਨਾਲ ਬਿਰਤੀ ਨਹੀਂ ਸੀ ਜੁੜਦੀ। ਇੱਕ ਦਿਨ ਬਾਰਿਸ਼ ਸੀ। ਸਾਡਾ ਚੇਲਾ ਬ੍ਰਹਮਚਾਰੀ ਸਿੱਧਾ ਮੰਗਣ ਵਾਸਤੇ ਗਿਆ। ਮੰਦਰ ਵਿੱਚੋਂ ਨਿਕਲਦਾ ਹੀ ਬਾਣੀਏ ਦੇ ਘਰ ਮੋਰੇ ਜਾ ਕੇ ਪੈਰ ਤਿਲਕਣ ਦੇ ਕਾਰਨ ਡਿੱਗ ਪਿਆ। ਚੰਡਾਲ ਬਾਣੀਏ ਦਾ ਲੜਕਾ ਖਲੋਤਾ ਸੀ। ਉਸਨੇ ਬ੍ਰਹਮਚਾਰੀ ਨੂੰ ਉਠਾਇਆ ਤੇ ਅੱਗੇ ਮੰਗਣ ਨਾ ਜਾਣ ਦਿੱਤਾ, ਸਗੋਂ ਆਪਣੇ ਘਰੋਂ ਹੀ ਉਤਨਾ ਸਿੱਧਾ ਦੇ ਦਿੱਤਾ ਜਿਤਨਾ ਡੇਰੇ ਵਾਸਤੇ ਚਾਹੀਦਾ ਸੀ। ਬ੍ਰਹਮਚਾਰੀ ਸਿੱਧਾ ਲੈ ਕੇ ਡੇਰੇ ਆ ਗਿਆ। ਪ੍ਰਸ਼ਾਦ ਤਿਆਰ ਹੋਇਆ। ਜਦੋਂ ਛਕਿਆ ਤਾਂ ਮੇਰੀ ਸੁਰਤ ਆਰਾਮ ਨਾਲੋਂ ਟੁੱਟ ਗਈ। ਸਰੀਰ ਆਲਸੀ ਹੋ ਗਿਆ। ਨੀਂਦ ਆਉਣ ਲੱਗੀ। ਦਿਲ ਪਾਰੇ ਦੀ ਤਰ੍ਹਾਂ ਡੋਲਣ ਲੱਗਾ। ਉਸ ਵੇਲੇ ਮੈਂ ਬ੍ਰਹਮਚਾਰੀ ਨੂੰ ਸੱਦ ਕੇ ਪੁੱਛਿਆ, ਅੱਜ ਸਿੱਧਾ ਕਿਹੜਿਆਂ ਘਰਾਂ ਵਿੱਚੋਂ ਮੰਗ ਕੇ ਲਿਆਇਆ ਹੈ? ਬ੍ਰਹਮਚਾਰੀ ਨੇ ਉੱਤਰ ਦਿੱਤਾ, ਗੁਰੂ ਜੀ, ਬਹੁਤਿਆਂ ਘਰਾਂ ਵਿੱਚੋਂ ਭਿਕਸ਼ਾ ਨਹੀਂ ਮੰਗੀ, ਸਗੋਂ ਨਾਲ ਦੇ ਬਾਣੀਏ ਦੇ ਘਰੋਂ ਲਿਆਇਆ ਹਾਂ, ਕਿਉਂਕਿ ਉਸ ਦੇ ਲੜਕੇ ਨੇ ਪ੍ਰਾਰਥਨਾ ਕੀਤੀ ਸੀ। ਦੂਸਰਾ, ਬਾਰਿਸ਼ ਦੀ ਵਜ੍ਹਾ ਕਰਕੇ ਫਿਰਨਾ ਕਠਿਨ ਸੀ। ਇਹ ਸੁਣ ਕੇ ਸਾਨੂੰ ਕ੍ਰੋਧ ਆ ਗਿਆ। ਅਸਾਂ ਬ੍ਰਹਮਚਾਰੀ ਨੂੰ ਸ਼ਰਾਪ ਦਿੱਤਾ ਕਿ ਜਾ ਨੀਚ, ਤੇਰੀ ਸੁਰਤ ਨੀਵੀਂ ਹੈ। ਤੂੰ ਚਮਾਰਾਂ ਕੋਲੋਂ ਭੈੜੇ ਪੁਰਸ਼ਾਂ ਦੀ ਕਮਾਈ ਦਾ ਸਿੱਧਾ ਅਸਾਂ ਨੂੰ ਛਕਾ ਕੇ ਮਹਾਨ ਪਾਪ ਕੀਤਾ ਹੈ। ਇਸ ਦਾ ਫਲ ਇਹ ਹੋਵੇਗਾ ਕਿ ਤੇਰਾ ਜਨਮ ਚਮਾਰਾਂ ਦੇ ਘਰ ਹੋਵੇਗਾ। ਉਹਨਾਂ ਦੇ ਘਰ ਰਾਮ ਨਾਮ ਦਾ ਸਿਮਰਨ ਕਰਨ ਤੇ ਫਿਰ ਤੇਰਾ ਉਧਾਰ ਹੋਵੇਗਾ। ਇਸ ਸ਼ਰਾਪ ਦੇ 10ਵੇਂ ਦਿਨ ਪਿੱਛੋਂ ਬ੍ਰਹਮਚਾਰੀ ਚਲਾਣਾ ਕਰ ਗਿਆ। ਹੁਣ ਸਾਲ ਬਾਅਦ ਇਸਨੇ ਰਘੂ ਚਮਾਰ ਦੇ ਘਰ ਜਨਮ ਲਿਆ ਹੈ। ਪਰਮਾਤਮਾ ਨੇ ਅਸਾਂ ਨੂੰ ਸੁਨੇਹਾ ਦਿੱਤਾ ਕਿ ਇਹ ਭਰਮ ਦਾ ਮਾਰਿਆ ਦੁੱਧ ਨਹੀਂ ਪੀਂਦਾ, ਇਸ ਵਾਸਤੇ ਕਿ ਅੱਗੇ ਤਾਂ ਮਾੜੇ ਪੁਰਸ਼ਾਂ ਦੇ ਘਰੋਂ ਸਿੱਧਾ ਮੰਗਣ ਤੇ ਇਹ ਜਨਮ ਮਿਲਿਆ ਹੈ ਤੇ ਨੀਚ ਜਾਤੀ ਮਾਂ ਦੇ ਥਣਾ ਦਾ ਦੁੱਧ ਪੀ ਲਿਆ
ਤਾਂ ਖਬਰੇ ਕਿੰਨੇ ਜਨਮ ਧਾਰਨੇ ਪੈਣਗੇ। ਐਸਾ ਬਹੁਤ ਘਬਰਾਇਆ ਤੇ ਰੋਈ ਜਾਣ ਲੱਗਾ ਹੈ। ਭਾਵੇਂ ਬਾਲਕ ਹੈ ਪਰ ਆਤਮਾ ਉੱਚੀ ਹੈ। ਬ੍ਰਹਮਚਾਰੀ ਹੈ, ਇਸ ਨੂੰ ਗਿਆਨ ਨਹੀਂ ਕਿ ਪੁਰਸ਼ ਜਨਮ ਕਰਕੇ ਮਾੜਾ ਚੰਗਾ ਨਹੀਂ ਹੁੰਦਾ, ਸਗੋਂ ਕਰਮ ਕਰਕੇ ਮਾੜਾ ਚੰਗਾ ਹੁੰਦਾ ਹੈ। ਅਸੀਂ ਇਸ ਦਾ ਭਰਮ ਦੂਰ ਕਰਨ ਵਾਸਤੇ ਆਏ ਸਾਂ। ਹੁਣ ਇਹ ਦੁੱਧ ਪੀ ਕੇ ਤਕੜਾ ਹੋਵੇਗਾ, ਰਾਮ ਨਾਮ ਦਾ ਭਜਨ ਕਰੇਗਾ ਤੇ ਹੁਣ ਵੀ ਭਜਨ ਕਰ ਰਿਹਾ ਹੈ। ਇਹ ਹੈ ਉਸ ਦੇ ਪੂਰਬਲੇ ਜਨਮ ਦੀ ਕਥਾ। ਚੇਲੇ ਨੇ ਕਿਹਾ, ਧੰਨ ਹੋ ਗੁਰੂ ਜੀ, ਤੁਸਾਂ ਦੀ ਗਤੀ ਤੁਸੀਂ ਹੀ ਜਾਣਦੇ ਹੋ। ਅਸੀਂ ਤਾਂ ਭੁੱਲਣਹਾਰ ਜਿਉੜੇ ਹਾਂ। ਮਾਇਆ ਸਾਨੂੰ ਠੱਗਦੀ ਰਹਿੰਦੀ ਹੈ। ਕਈ ਘਰ ਠੱਗੇ ਜਾਂਦੇ ਹਨ। ਆਪ ਜੀ ਦੀ ਕਿਰਪਾ ਦ੍ਰਿਸ਼ਟੀ ਰਹਿਣੀ ਚਾਹੀਦੀ ਹੈ। ਆਪ ਦਾ ਸਿਰ ਤੇ ਹੱਥ ਹੋਏ ਤਾਂ ਜੀਵ ਦੀ ਕਲਿਆਣ ਹੋ ਸਕਦੀ ਹੈ। ਇਸ ਤੋਂ ਅੱਗੇ ਸਵਾਮੀ ਰਾਮਾਨੰਦ ਜੀ ਨੇ ਆਪਣੇ ਚੇਲਿਆਂ ਨੂੰ ਸਮਝਾਇਆ ਕਿ ਸਾਧੂ ਨੂੰ ਕਦੀ ਇੱਕ ਘਰੋਂ ਭੋਜਨ ਨਹੀਂ ਛਕਣਾ ਚਾਹੀਦਾ। ਜੇ ਛਕੇ ਵੀ ਤਾਂ ਗਰੀਬ ਮਿਹਨਤੀ ਦੀ ਸੁੱਕੀ ਮਿੱਸੀ ਰੋਟੀ ਛਕ ਲਵੇ। ਮਾਇਆਤਾਰੀਆਂ ਦਾ ਧਨ ਮਿਹਨਤ ਦਾ ਨਹੀਂ ਹੁੰਦਾ, ਉਹ ਠੱਗੀਆਂ ਦਾ ਹੁੰਦਾ ਹੈ। ਕਈਆਂ ਦੇ ਲਹੂ ਪੀਤੇ ਹੁੰਦੇ ਹਨ ਤੇ ਰਾਤ ਦਿਨ ਮਾੜੇ ਕਰਮ ਕਰਨ ਤੇ ਮਾਇਆ ਜੁੜਦੀ ਹੈ। ਇਹ ਪਾਪਾਂ ਤੋਂ ਬਿਨਾਂ ਇਕੱਠੀ ਨਹੀਂ ਹੁੰਦੀ। ਉਹ ਰਾਮ ਜੀ ਨੂੰ ਵੀ ਧੋਖਾ ਦਿੰਦੇ ਹਨ। ਭਗਤ ਰਵਿਦਾਸ ਜੀ ਬਾਲਕ ਉਮਰ ਤੋਂ ਟੱਪ ਕੇ ਕਿਸ਼ੋਰ ਉਮਰ ਵਿੱਚ ਪੁੱਜੇ ਤੇ ਘਰ ਦੇ ਕੰਮਾਂ ਵਿੱਚ ਹੱਥ ਵਟਾਉਣ ਤਾਂ ਲੱਗੇ, ਪਰ ਓਪਰਾ ਤੇ ਉਪਰਾਮ ਰਹਿਣ ਲੱਗੇ। ਉਹਨਾਂ ਦੇ ਉਪਰਾਮ ਰਹਿਣ ਕਾਰਨ ਘਰ ਦੇ ਬੜੇ ਤੰਗ ਹੋਇਆ ਕਰਨ, ਪਰ ਕੁਝ ਆਖਣ ਦਾ ਹੌਸਲਾ ਵੀ ਨਾ ਪਵੇ, ਕਿਉਂਕਿ ਉਹਨਾਂ ਦੇ ਚਿਹਰੇ ਦਾ ਪ੍ਰਭਾਵ ਹੀ ਕੁਛ ਐਸਾ ਸੀ। ਦੂਸਰਾ, ਉਹ ਸੰਤਾਂ ਸਾਧੂਆਂ ਕੋਲ ਜਾਂਦੇ ਸਨ। ਭਗਤ ਰਾਮਾਨੰਦ ਜੀ ਦੇ ਡੇਰੇ ਚਲੇ ਜਾਂਦੇ ਤੇ ਬੈਠੇ ਬੈਠੇ ਰਾਮ ਨਾਮ ਦਾ ਸਿਮਰਨ ਕਰਦੇ ਰਹਿੰਦੇ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ ਜੀ। ਦਾਸ ਨੂੰ ਆਗਿਆ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।